ਖਾਲਸਾ ਜੀ। ਸਮਾਰਟ ਟੀਵੀ ਵੱਲੋਂ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਅੱਜ ਦੇ ਵਿਚਾਰ ਦਾ ਵਿਸ਼ਾ ਹੈ ਸਿੱਖ ਰਾਜਨੀਤੀ ਦੇ ਸੰਕਟ, ਹੱਲ ਅਤੇ ਸੰਭਾਵਨਾਵਾਂ। ਸਿੱਖ ਰਾਜਨੀਤੀ ਨੂੰ ਅਸੀਂ ਅਕਾਲੀ ਰਾਜਨੀਤੀ ਵੀ ਕਹਿ ਸਕਦੇ ਹਾਂ ਅਤੇ ਅਕਾਲੀ ਰਾਜਨੀਤੀ ਨੂੰ ਸਿੱਖ ਰਾਜਨੀਤੀ ਵੀ ਕਹਿ ਸਕਦੇ ਹਾਂ। ਇਹ ਦੋਨੋਂ ਇੱਕ ਦੂਜੇ ਦੇ ਪੂਰਕ ਆ ਜਾਂ ਇੱਕ ਦੂਜੇ ਨਾਲ ਮਿਲੇ ਜੁਲੇ ਹੋਏ ਨੇ। ਪਰ ਮੂਲ ਤੌਰ 'ਤੇ ਅਕਾਲੀ ਰਾਜਨੀਤੀ ਜਿਸ ਢੰਗ ਦੇ ਨਾਲ ਪਿਛਲੇ 100 ਸਾਲ ਤੋਂ ਚੱਲਦੀ ਆ ਰਹੀ ਹੈ, ਸਾਡੇ ਵਾਸਤੇ ਅੱਜ ਜਦੋਂ ਕਿ 100 ਸਾਲ ਇਸ ਨੂੰ ਪੂਰੇ ਹੋ ਰਹੇ ਨੇ, ਅਤੇ ਅਕਾਲੀ ਦਲ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਹੈ ਅਤੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਹੈ ਜਾਂ ਹੋਰ ਜੋ ਗਰੁੱਪਸ ਨੇ, ਉਹ ਅਗਲੇ ਮਹੀਨੇ ਦਸੰਬਰ ਦੇ ਵਿੱਚ ਇਸ ਦਾ 100 ਸਾਲਾ ਦਿਵਸ ਮਨਾ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ 100 ਸਾਲਾ ਦਿਵਸ ਮਨਾ ਲਿਆ ਹੈ। 15 ਤਰੀਕ ਨੂੰ ਅਖੰਡ ਪਾਠ ਰੱਖੇ ਗਏ ਨੇ, 17 ਨੂੰ ਭੋਗ ਪਾਏ ਗਏ ਨੇ। ਸਿਰਫ ਮਨਾਇਆ ਗਿਆ ਹੈ, ਹੋਰ ਇਹਦੇ 'ਚੋਂ ਆਪਾਂ ਕੋਈ ਨਵੀਂ ਚੀਜ਼ ਲੱਭ ਸਕੀਏ, ਨਵੀਂ ਕੋਈ ਦਿਸ਼ਾ ਲੱਭ ਸਕੀਏ, ਜੇ ਨਵਾਂ ਕੋਈ ਸੁਧਾਰਾਂ ਦਾ ਸੰਕਲਪ ਲੱਭ ਸਕੀਏ ਤਾਂ ਉਹ ਅਜੇ ਦੂਰ ਦੀ ਕੌੜੀ ਹੈ। ਸੋ ਸਾਡੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਜਦੋਂ ਜਦ ਅਕਾਲੀ ਦਲ ਨੂੰ ਸਥਾਪਿਤ ਹੋਏ 100 ਸਾਲ ਹੋ ਗਏ ਨੇ, ਤਾਂ ਇਸ ਬਾਰੇ ਅਸੀਂ ਉਡਵੀ ਝਾਤ ਮਾਰੀਏ ਕਿ ਇਸਦਾ 100 ਸਾਲ ਦਾ ਕੀ ਇਤਿਹਾਸ ਰਿਹਾ ਹੈ, ਇਹਦੀਆਂ ਕੀ ਪ੍ਰਾਪਤੀਆਂ ਨੇ, ਇਹਦੇ ਹੁਣ ਦੇ ਵਰਤਮਾਨ ਦੇ ਕੀ ਸੰਕਟ ਨੇ, ਇਹਦੇ ਕੀ ਹੱਲ ਹੋ ਸਕਦੇ ਨੇ ਅਤੇ ਕਿੱਥੇ ਸਾਡੇ ਕੋਲ ਦਿਸ਼ਾ ਮਿਲ ਸਕਦੀ ਹੈ ਕਿ ਅਸੀਂ ਇੱਕ ਨਵਾਂ ਅਕਾਲੀ ਦਲ ਜਾਂ ਨਵੀਂ ਰਾਜਨੀਤੀ ਜਿਹੜੀ ਹੈ ਸਾਡੇ ਸਾਹਮਣੇ ਪ੍ਰਗਟ ਹੋ ਸਕੇ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ 1920 ਦਸੰਬਰ 1920 ਦੇ ਵਿੱਚ ਸਿੱਖ ਪੰਥ ਦੇ ਰਾਜਨੀਤਿਕ ਹਿੱਤਾਂ ਦੀ ਰੱਖਿਆ ਕਰਨ ਵਾਸਤੇ, ਰਾਜਨੀਤਿਕ ਹਿੱਤਾਂ ਨੂੰ ਅੱਗੇ ਲਿਜਾਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ। ਪਰ ਕੀ ਸਾਡੇ ਸਾਹਮਣੇ ਸਵਾਲ ਹੈ ਕਿ ਕੀ ਇਸ 100 ਸਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਅਕਾਲੀ ਰਾਜਨੀਤੀ ਨੇ ਜਾਂ ਸੁਚੱਜੇ ਤੌਰ 'ਤੇ ਸਿੱਖ ਰਾਜਨੀਤੀ ਜਿਸ ਤਰੀਕੇ ਨਾਲ ਸਾਰੇ ਪੜਾਅ ਚੱਲਦੇ ਰਹੇ, ਉਹਦੇ ਵਿੱਚ ਕੀ ਸਾਡੇ ਸਿੱਖ ਹਿੱਤਾਂ ਦੀ ਰੱਖਿਆ ਹੋ ਚੁੱਕੀ ਹੈ? ਕਿ ਇਹ 100 ਸਾਲ ਦਾ ਸਮਾਂ, ਜਿਤਨਾ ਕਿ ਇਹ ਬਹੁਤ ਵੱਡਾ ਸਮਾਂ ਹੁੰਦਾ ਹੈ, ਇਹਦੇ ਵਿੱਚ ਅਸੀਂ ਕੁਝ ਵੱਡੀਆਂ ਪ੍ਰਾਪਤੀਆਂ ਕਰ ਸਕੇ ਹਾਂ? ਇਸ ਬਾਰੇ ਸਾਡੇ ਵਿਚਾਰ ਦੀ ਲੋੜ ਹੈ। ਮੈਂ ਸਮਝਦਾ ਕਿ ਜਿਹੜੀ ਦਿਸ਼ਾ ਅਕਾਲੀ ਰਾਜਨੀਤੀ ਨੂੰ ਮਿਲਣੀ ਚਾਹੀਦੀ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਲੈਣੀ ਚਾਹੀਦੀ ਸੀ, ਉਹ ਸਾਡੀ ਦਿਸ਼ਾ ਸਰਕਾਰੇ ਖਾਲਸਾ ਦਾ ਜਦੋਂ ਸੂਰਜ ਜਿਹੜਾ ਸੀ ਉਹ ਪੰਛਮ ਜੋ ਖਤਮ ਹੋ ਗਿਆ, ਸਾਡੀ ਉਹ ਰਾਜਨੀਤੀ ਖਤਮ ਹੋ ਗਈ, ਸਾਡਾ ਰਾਜ ਖਤਮ ਹੋ ਗਿਆ। ਉਸ ਸਮੇਂ ਜੋ 1846 ਦੇ ਵਿੱਚ ਲਾਹੌਰ ਦਰਬਾਰ ਦੇ ਵਿੱਚ ਅੰਗਰੇਜ਼ਾਂ ਅਤੇ ਸਿੱਖ ਹਾਕਮਾਂ ਦੇ ਵਿਚਕਾਰ ਜੋ ਸੰਧੀ ਹੋਈ ਸੀ, ਉਹਦੇ ਵਿੱਚ ਜੋ ਸਰੈਂਡਰ ਹੋਇਆ ਸੀ ਸਾਡੀ ਸਿੱਖ ਰਾਜਨੀਤੀ ਦਾ, ਸਿੱਖ ਸਲਤਨਤ ਦਾ, ਉੱਥੋਂ ਸ਼ੁਰੂ ਕਰਨਾ ਚਾਹੀਦਾ ਹੈ। ਕਿਉਂਕਿ ਲਾਹੌਰ ਦੀ ਜੋ ਸੰਧੀ ਹੋਈ ਸੀ ਉਸ ਦੇ ਵਿੱਚ ਇਹ ਦਰਜ ਕੀਤਾ ਗਿਆ ਸੀ ਕਿ 1854 ਵਿੱਚ ਜਦੋਂ ਸਤੰਬਰ 1754 ਨੂੰ ਮਹਾਰਾਜਾ ਦਲੀਪ ਸਿੰਘ 16 ਸਾਲ ਦੇ ਹੋ ਜਾਣਗੇ, ਬਾਲਗ ਵਿੱਚ ਹੋ ਜਾਣਗੇ, ਉਸ ਸਮੇਂ ਉਹ ਸਾਰਾ ਰਾਜ ਅਸੀਂ ਉਹਨਾਂ ਨੂੰ ਵਾਪਸ ਕਰ ਦਿਆਂਗੇ। ਪਰ ਜਦੋਂ ਇਸ ਨੂੰ ਅਸੀਂ ਦੇਖਦੇ ਹਾਂ ਕਿ ਜਦੋਂ ਇੱਕ ਗੈਪ ਹੈ, ਸਿੰਘ ਸਭਾ ਲਹਿਰ ਹੈ, ਗੁਰਦੁਆਰਾ ਸੁਧਾਰ ਮੂਵਮੈਂਟ ਹੈ, ਗੁਰਦੁਆਰੇ ਦੀ ਆਜ਼ਾਦੀ ਹੈ, ਅਕਾਲ ਤਖਤ ਸਾਹਿਬ ਦੀ ਆਜ਼ਾਦੀ ਹੈ, ਉਹਦੇ ਵਿੱਚ ਜਦੋਂ ਅਕਾਲੀ ਰਾਜਨੀਤੀ ਦਾ ਉਦੈ ਹੋਇਆ ਹੈ, ਤਾਂ ਸਾਡੇ ਸਾਹਮਣੇ ਇੱਕ ਇਸ ਲਈ ਪ੍ਰਸ਼ਨ ਖੜ੍ਹਾ ਹੁੰਦਾ ਹੈ ਕਿ ਕੀ ਜੋ ਰੱਖਿਆ ਕਰਨ ਦਾ ਵਾਅਦਾ ਅਕਾਲ ਤਖਤ ਸਾਹਿਬ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲੀ ਦਲ ਤੋਂ ਰੱਖਿਆ ਸੀ, ਕੀ ਉਹ ਪੂਰਾ ਹੋ ਸਕਿਆ? ਮੈਂ ਸਮਝਦਾ ਕਿ ਇਹ ਸਾਡੀ ਬਹੁਤ ਵੱਡੀ ਇੱਕ ਗਲਤੀ ਸਾਡੇ ਕੋਲੋਂ 1920 ਵਿੱਚ ਹੋ ਗਈ ਕਿ ਅਸੀਂ ਉਹ ਜਿਹੜੀ ਸਾਡੀ ਲਿੰਕ ਸੀ 1849 ਤੋਂ ਲੈ ਕੇ 1920 ਤੱਕ ਜੋ ਸਾਡੇ ਸਾਹਮਣੇ ਹਾਲਾਤ ਬਣੇ, ਉਸ ਦੇ ਵਿੱਚ ਅਕਾਲੀ ਰਾਜਨੀਤੀ ਨੂੰ ਉਸ ਸਰਕਾਰੇ ਖਾਲਸਾ ਦੀ ਮੁੜ ਬਹਾਲੀ, ਯਾਨੀ ਕਿ ਖਾਲਸਾ ਰਾਜ ਦੀ ਮੁੜ ਸਥਾਪਨਾ ਲਈ ਆਪਣੇ ਜੋ ਯਤਨ ਸੀ, ਆਪਣੀ ਜੋ ਦਿਸ਼ਾ ਸੀ, ਉਸ ਵਾਸਤੇ ਨਿਰਧਾਰਤ ਕਰਨੀ ਚਾਹੀਦੀ ਸੀ। ਸਿੱਧੇ ਤੌਰ 'ਤੇ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਹਿੰਦੁਸਤਾਨ ਦੀ ਧਰਤੀ ਉੱਤੇ 3 ਵਾਰਸ ਹੋਏ ਨੇ। ਹਿੰਦੂ ਕੌਮ ਨੇ, ਹਿੰਦੂ ਸੰਸਕ੍ਰਿਤੀ ਨੇ ਆਪਣਾ ਰਾਜ ਜਿਵੇਂ ਵੀ ਗਵਾਇਆ, ਚਾਹੇ ਮੁਸਲਮਾਨਾਂ ਨੇ ਗਵਾਇਆ, ਚਾਹੇ ਉਹਨਾਂ ਦੀ ਆਪਣੀ ਅੰਦਰੂਨੀ ਫੁੱਟ ਨਾਲ ਖਤਮ ਹੋਇਆ, ਹਿੰਦੂਆਂ ਦੀ ਇਸ ਧਰਤੀ ਦੇ ਉੱਤੇ ਸਟੇਟਹੁੱਡ ਸੀ, ਇਸ ਗੱਲ 'ਚ ਕੋਈ ਇਨਕਾਰ ਨਹੀਂ। ਉਸ ਨੂੰ ਖਤਮ ਕਰਕੇ ਅੰਗਰੇਜ਼ਾਂ ਦੇ ਮੁਗਲਾਂ ਨੇ ਬਾਅਦ ਵਿੱਚ ਇੱਥੇ ਆਪਣੀ ਹਕੂਮਤ ਸਥਾਪਿਤ ਕੀਤੀ ਔਰ ਬਹੁਤ ਵੱਡੀ ਹਕੂਮਤ ਜਿਹੜੀ ਸੀ ਪਿਛਲੀਆਂ 2, 3, 4 ਸਦੀਆਂ, ਬਲਕਿ ਕਹਿ ਸਕਦੇ 8 ਸਦੀਆਂ ਤੱਕ ਚੱਲੀ। ਇਸ ਤਰ੍ਹਾਂ ਵੇਖਿਆ ਜਾਏ ਤਾਂ ਮੁਸਲਮਾਨਾਂ ਦਾ ਹੱਕ ਵੀ ਇਸ ਧਰਤੀ 'ਤੇ ਬਣਦਾ ਸੀ, ਕਿਉਂਕਿ ਪਾਕਿਸਤਾਨ ਤੋਂ ਵੱਡੇ ਦਰਾ ਖੈਬਰ ਤੋਂ ਲੈ ਕੇ ਥੱਲੇ ਕੰਨਿਆ ਕੁਮਾਰੀ ਤੱਕ ਇਹ ਸਾਰਾ ਧਰਤੀ ਦਾ ਖੇਤਰ ਹੈ। ਇਹਦੇ 'ਚ 3 ਕੌਮਾਂ ਮੁੱਖ ਤੌਰ 'ਤੇ ਹਿੱਸੇਦਾਰ ਸੀ, ਉਹ ਸਟੇਟਹੁੱਡ ਇਹਨਾਂ ਨੇ ਮਾਣੀ ਸੀ। ਹਿੰਦੂਆਂ ਦਾ ਪ੍ਰਭਾਵ ਸੀ। ਮੁਸਲਮਾਨਾਂ ਨੇ ਆਪਣੇ ਤੌਰ 'ਤੇ ਮਿਸਟਰ ਜਿਨਾਹ ਦੀ ਅਗਵਾਈ ਹੇਠ ਜਦੋਂ ਤੱਕ 1947 ਤੱਕ ਜੋ ਹਾਲਾਤ ਬਣੇ, ਉਹਦੇ ਵਿੱਚ ਉਹਨਾਂ ਨੇ ਉਸ ਸਟੇਟਹੁੱਡ ਦੇ ਆਧਾਰ 'ਤੇ ਆਪਣਾ ਵੱਖਰਾ ਰਾਜ ਦੀ ਮੰਗ ਕੀਤੀ। ਪਰ ਚੂੰਕਿ ਸਾਡੀ ਰਾਜਨੀਤੀ ਜਿਹੜੀ ਸੀ ਉਹ 1920 ਤੋਂ ਹੀ ਉਜੜੇ ਪੈ ਗਈ, ਉਲਝ ਗਈ, ਅਤੇ ਉਹ ਮੁੱਖ ਤੌਰ 'ਤੇ ਹਿੰਦੂਆਂ ਦੀ ਰਾਜਨੀਤੀ ਅਤੇ ਮੁਸਲਮਾਨਾਂ ਦੀ ਰਾਜਨੀਤੀ ਦੇ ਰਿਐਕਸ਼ਨ ਦੇ ਵਿੱਚ ਜਾਂ ਆਪਣਾ ਕੋਈ ਏਜੰਡਾ ਨਾ ਲਿਆ ਕਰਕੇ ਅੰਗਰੇਜ਼ਾਂ ਨੂੰ ਹਿੰਦੁਸਤਾਨ 'ਚੋਂ ਬਾਹਰ ਕੱਢਣ ਦੀ ਦਿਸ਼ਾ ਦੁਆਲੇ ਹੀ ਘੁੰਮਦੀ ਰਹੀ।
ਸੋ ਮੈਂ ਸਮਝਦਾ ਕਿ ਅੱਜ ਜਦੋਂ 1920 ਦੇ ਵਿੱਚ ਅਸੀਂ ਅਕਾਲੀ ਰਾਜ, ਕਿਉਂਕਿ ਰਾਜਨੀਤੀ ਜਿਹੜੀ ਹੈ ਉਹ ਸਮੁੱਚੇ ਤੌਰ 'ਤੇ ਸਾਡੀਆਂ ਜੋ ਸਿੱਖ ਸੰਸਥਾਵਾਂ ਹਨ, ਚਾਹੇ ਉਹ ਧਰਮ ਹੈ, ਚਾਹੇ ਵਿਦਿਆ ਹੈ, ਚਾਹੇ ਉਹ ਇਕੋਨਮੀ ਹੈ, ਚਾਹੇ ਉਹ ਕਲਚਰ ਹੈ, ਸਾਡੀ ਕੋਈ ਵੀ ਹਿਊਮਨ ਰਿਸੋਰਸ ਦੀਆਂ ਸੰਸਥਾਵਾਂ ਕੰਮ ਕਰਦੀਆਂ ਨੇ, ਉਹ ਅਲਟੀਮੇਟਲੀ ਰਾਜਨੀਤੀ ਨੂੰ ਤਾਕਤ ਦਿੰਦੀਆਂ ਅਤੇ ਰਾਜਨੀਤੀ ਸਾਡੀ ਚਿਹਰਾ ਹੁੰਦਾ। ਔਰ ਰਾਜਨੀਤਿਕ ਜਿਹੜੇ ਆਗੂ ਹੁੰਦੇ ਨੇ ਉਹਨਾਂ ਨੇ ਸਾਡੀ ਇਸ ਕੌਮ ਦੀ ਜਿਹੜੀ ਭਾਵਨਾਵਾਂ ਨੇ, ਐਸਪੀਰੇਸ਼ਨਸ ਨੇ, ਉਹਨਾਂ ਨੂੰ ਅੱਗੇ ਲੈ ਕੇ ਜਾਣਾ ਹੁੰਦਾ। ਪਰ ਜਦੋਂ ਅਸੀਂ ਦੇਖਦੇ ਹਾਂ ਕਿ 1947 ਦੇ ਵਿੱਚ ਸਿੱਖ ਆਪਣੀ ਸਟੇਟਹੁੱਡ ਸਥਾਪਿਤ ਕਰਨ ਦੇ ਵਿੱਚ ਅਸਫਲ ਹੋ ਗਏ ਅਤੇ ਇਹਨਾਂ ਨੂੰ ਹਿੰਦੂਆਂ ਦੀ ਰਾਜਨੀਤੀ ਅਤੇ ਜਿਹੜੀ ਕਾਂਗਰਸ ਦੀ ਰਾਜਨੀਤੀ ਸੀ ਉਹਦੀ ਪਿਛਲੱਗ ਬਣ ਕੇ ਇਹਨਾਂ ਨੇ ਆਪਣੀ ਤਕਦੀਰ, ਕੌਮ ਦੀ ਤਕਦੀਰ, ਆਪਣੇ ਫੈਸਲੇ ਆਪ ਕਰਨ ਦੀ ਜਿਹੜੇ ਹੱਕ ਸੀਗੇ ਉਹ ਹਿੰਦੂ ਰਾਜਨੀਤੀ ਦੇ ਸਪੁਰਦ ਕਰ ਦਿੱਤੇ। ਸੋ ਮੈਂ ਸਮਝਦਾ ਕਿ ਇਹ ਜਿਹੜੀ 100 ਸਾਲ ਦੇ ਵਿੱਚ 1947 ਇੱਕ ਅਜਿਹਾ ਨਖੇੜ ਬਿੰਦੂ ਹੈ ਜਦੋਂ ਸਾਡੀ ਤਕਦੀਰ ਦੇ ਮਾਲਕ ਅਸੀਂ ਆਪ ਹੋਣ ਦੀ ਬਜਾਏ ਇਸ ਭਾਰਤ ਦੀ ਤਕਦੀਰ ਨਾਲ ਜੁੜ ਗਏ ਅਤੇ ਅੱਜ 77 ਸਾਲ ਹੋ ਗਏ ਅਤੇ ਸਾਡੇ ਸਾਹਮਣੇ ਕੀ ਸਥਿਤੀ ਹੈ, ਸਾਡੇ ਵਾਸਤੇ ਵਿਚਾਰ ਕਰਨਾ ਜ਼ਰੂਰੀ ਹੈ। ਸੋ ਸਾਡੇ ਸਾਹਮਣੇ ਇੱਕ ਵੱਡਾ ਮੁੱਦਾ 1947 ਦੇ ਵਿੱਚ ਜਾਂ ਉਸ ਤੋਂ ਬਾਅਦ ਜਾਂ ਉਸ ਵੇਲੇ 1920 ਦੇ ਵਿੱਚ ਬੜਾ ਸਪਸ਼ਟ ਹੋਣਾ ਚਾਹੀਦਾ ਸੀਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਸਿੱਖ ਵਿਚਾਰਧਾਰਾ, ਵਿਸਮਾਦੀ ਵਿਚਾਰਧਾਰਾ ਜਾਂ ਸਾਡੀਆਂ ਵਿਚਾਰਧਾਰਕ ਅੰਤਰਦ੍ਰਿਸ਼ਟੀਆਂ ਨੇ ਸਾਡੇ ਸਿਧਾਂਤ ਦੀਆਂ, ਉਹ ਕਿਹੋ ਜਿਹਾ ਰਾਜ ਸਥਾਪਿਤ ਕਰਨਾ ਚਾਹੁੰਦੀਆਂ ਨੇ। ਕਿਉਂਕਿ ਸਾਡੇ ਸਾਹਮਣੇ ਮਾਡਲ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਦਾ ਸੀਗਾ, ਬਾਬਾ ਬੰਦਾ ਸਿੰਘ ਬਹਾਦਰ ਦੇ ਨੇ ਉਹ ਰਾਜ ਸਥਾਪਿਤ ਕੀਤਾ, ਉਹ ਮਾਡਲ ਸੀਗਾ। ਅਤੇ ਉਸ ਤੋਂ ਬਾਅਦ ਜਦੋਂ 1920 ਦੇ ਵਿੱਚ ਸ਼ੁਰੂਆਤ ਕੀਤੀ ਤਾਂ ਸਾਨੂੰ ਉਸੇ ਮਾਡਲ ਤੋਂ ਹੀ ਪਕੜ ਕੇ ਆਪਣੇ ਲੋਕਾਂ ਨੂੰ ਉਸ ਢੰਗ ਨਾਲ ਤਿਆਰ ਕਰਨਾ ਚਾਹੀਦਾ ਸੀਗਾ ਕਿ ਜਦੋਂ ਕਿਤੇ ਵੀ ਅੰਗਰੇਜ਼ ਇੱਥੋਂ ਹਿੰਦੁਸਤਾਨ 'ਚ ਜਾਂਦੇ ਤਾਂ ਸਾਡੇ ਸਾਹਮਣੇ ਇੱਕ ਆਪਣੀ ਰਾਜ ਸੱਤਾ ਸਥਾਪਿਤ ਕਰਕੇ ਇੱਕ ਇਹੋ ਜਿਹਾ ਸ਼ਾਸਨ ਅਸੀਂ ਸਥਾਪਿਤ ਕਰਨਾ ਹੈ, ਉਸ ਦਾ ਸਾਡੇ ਕੋਲ ਇੱਕ ਪੂਰਾ ਵਿਜ਼ਨ ਅਤੇ ਵਿਜ਼ਨ ਡਾਕੂਮੈਂਟ ਹੋਣਾ ਚਾਹੀਦਾ ਸੀ। ਪਰ ਇਹ ਜਿਹਾ ਨਾ ਹੋ ਕੇ ਅਸੀਂ ਮਤਲਬ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਿੰਦੁਸਤਾਨ ਦੀ ਰਾਜਨੀਤੀ ਦੇ ਪਿਛਲੱਗ ਬਣ ਕੇ ਅਸੀਂ ਇਹਨਾਂ 'ਤੇ ਵਿਸ਼ਵਾਸ ਕਰਕੇ ਹਿੰਦੁਸਤਾਨ ਦੀ ਰਾਜਨੀਤੀ 'ਤੇ ਇਹਨਾਂ ਨੇ ਆਪਣੀ ਤਕਦੀਰ ਜੋੜੀ ਅਤੇ ਮੁੜ ਕੇ ਅਸੀਂ ਫਿਰ ਇਹਨਾਂ ਦੀ ਹੀ ਚਲਾਈ ਹੋਈ ਇੱਕ ਵੱਡੇ ਟਰੈਪ 'ਚ ਫਸ ਗਏ। ਕਿਉਂਕਿ ਸਾਡੇ ਸਾਹਮਣੇ ਫਿਰ ਦੂਸਰੀ ਸਥਿਤੀ ਆ ਜਾਂਦੀ ਹੈ ਕਿ 1947 ਵਿੱਚ ਸਿੱਖ ਰਾਜਨੀਤੀ ਨੂੰ ਇੱਕ ਵਾਰ ਫਿਰ ਜਦੋਂ ਅਸਫਲ ਹੋ ਗਏ ਸੀ ਅਸੀਂ, ਤਾਂ ਜਦੋਂ ਪਰ ਸਪਸ਼ਟ ਹੋ ਗਿਆ ਸੀ ਕਿ ਹਿੰਦੁਸਤਾਨ ਦੇ ਹਾਕਮਾਂ ਨੇ ਸਾਡਾ ਵਿਸ਼ਵਾਸਘਾਤ ਕੀਤਾ ਹੈ, ਤਾਂ ਸਾਡੇ ਸਾਹਮਣੇ ਇੱਕ ਉਹੀ ਸਥਿਤੀ ਫਿਰ ਆਉਣੀ ਚਾਹੀਦੀ ਸੀ ਕਿ ਅਸੀਂ ਉਹੀ 1846, 47, 49 ਵਾਲਾ ਜਿਹੜਾ ਸਰਕਾਰੇ ਖਾਲਸਾ ਦਾ ਸੰਕਲਪ ਸੀ ਉਸ ਦੇ ਨਵ ਉਭਾਰ ਲਈ ਗੱਲ ਕਰਦੇ। ਪਰ ਅਸੀਂ ਫਿਰ ਹਿੰਦੁਸਤਾਨ ਦੀ ਸਰਕਾਰ ਵੱਲੋਂ ਜੋ ਭਾਰਤੀ ਰਾਜਾਂ ਦੀ ਪੁਨਰਗਠਨ ਦਾ ਭਾਸ਼ਾ ਦੇ ਆਧਾਰ 'ਤੇ ਜੋ ਨੀਅਤ ਕੀਤਾ ਗਿਆ, ਅਸੀਂ ਉਹਨਾਂ ਦੇ ਪਿਛਲਾ ਕੀ ਬਣ ਗਏ ਅਤੇ ਅਸੀਂ ਫਿਰ ਕਹਿਣ ਲੱਗੇ ਕਿ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਸਾਨੂੰ ਪੰਜਾਬੀ ਸੂਬਾ ਦਿਓ। ਇਸ ਵਾਸਤੇ ਵੀ ਮੈਂ ਸਮਝਦਾ ਕਿ ਅਸੀਂ ਹਿੰਦੁਸਤਾਨ ਦੀ ਰਾਜਨੀਤੀ ਦੇ ਟਰੈਪ ਹੋ ਗਈ ਸਾਡੀ ਰਾਜਨੀਤੀ, ਅਤੇ ਅਸੀਂ ਉਸ ਵਾਸਤੇ ਪੂਰੇ 20 ਸਾਲ ਸੰਘਰਸ਼ ਲੜਿਆ। 1966 ਦੇ ਵੀ ਸਾਨੂੰ ਅਧੂਰਾ ਪੰਜਾਬੀ ਸੂਬਾ ਮਿਲਿਆ, ਚੰਡੀਗੜ੍ਹ ਖੋਹ ਲਏ ਗਏ, ਪਾਣੀ ਖੋਹ ਲਏ ਗਏ, ਸਾਡੇ ਇਲਾਕੇ ਖੋਹ ਲਏ ਗਏ ਅਤੇ ਸਾਨੂੰ ਇੱਕ ਮੌਤ ਈਟਨ ਜਿਹੜਾ ਪੰਜਾਬੀ ਸੂਬਾ ਸੀ ਉਹ ਸਾਡੇ ਹਵਾਲੇ ਕਰ ਦਿੱਤਾ ਗਿਆ। ਇੱਥੇ ਮੈਂ ਸਮਝਦਾ ਕਿ ਸਾਡੇ ਵਾਸਤੇ ਫਿਰ ਇੱਕ ਬਹੁਤ ਵੱਡੀ ਅਜੀਬ ਜਿਹੀ ਸਥਿਤੀ ਬਣਦੀ ਹੈ ਕਿ ਜਦੋਂ ਪੰਜਾਬ ਜਿਹੜਾ ਸੀ ਉਹ ਸਿੱਖ ਬਹੁ ਗਿਣਤੀ ਸੂਬਾ ਬਣ ਗਿਆ ਸੀ ਔਰ 117 ਦੇ ਵਿੱਚੋਂ ਅੱਜ ਵੀ ਸਾਡੇ ਕੋਲ 88 ਜਿਹੜੇ ਹਲਕੇ ਨੇ ਉਹ ਸਿੱਖ ਬਹੁ ਗਿਣਤੀ ਦੇ ਹਲਕੇ ਨੇ, ਤਾਂ ਸਾਡੇ ਸਾਹਮਣੇ ਖਾਲਸਾ ਸਿੱਖ ਰਾਜਨੀਤੀ ਦਾ ਇੱਕ ਬਹੁਤ ਵੱਡਾ ਇੱਕ ਚੈਲੰਜ ਸੀ ਕਿ ਜਦੋਂ ਇਸ ਦਾ ਸੰਘਰਸ਼ ਦੀ ਰਾਜਨੀਤੀ ਤੋਂ ਸੱਤਾ ਦੀ ਰਾਜਨੀਤੀ 'ਚ ਜਿਹੜੀ ਇੱਕ ਪਾਵਰ ਪੋਲਿਟਿਕਸ ਦੀ ਟ੍ਰਾਂਜੀਸ਼ਨ ਹੁੰਦਾ ਹੈ, ਤਾਂ ਸਾਡੇ ਸਾਹਮਣੇ ਵੀ ਉਹ ਗੱਲ ਆਉਣੀ ਚਾਹੀਦੀ ਸੀ ਕਿ ਅਸੀਂ ਜੋ ਰਾਜ ਕਰਨਾ ਪੰਜਾਬ ਦੇ ਵਿੱਚ, ਜਿਸ ਢੰਗ ਦੇ ਨਾਲ ਵੀ ਇਸ ਵੋਟਿੰਗ ਪੈਟਰਨ 'ਚ ਰਾਜ ਕਰਨਾ ਹੈ, ਤਾਂ ਸਾਡੇ ਕੋਲ ਰਾਜਸੀ ਮਾਡਲ ਕੀ ਹੈ, ਸਾਡੇ ਕੋਲ ਸੱਤਾ ਦਾ ਕੀ ਮਾਡਲ ਹੈ। ਕਿਉਂਕਿ ਸੱਤਾ ਜੋ ਹੈ ਉਹ ਜਿਹੜੀ ਹੈ ਉਹ ਰਾਜਨੀਤੀ ਦੇ ਵਿੱਚ ਕੇਵਲ ਇੱਕ ਮਾਧਿਅਮ ਹੁੰਦੀ ਹੈ। ਰਾਜਨੀਤਿਕਾਂ ਨੇ ਔਰ ਰਾਜਨੀਤਿਕ ਸਿਸਟਮ ਨੇ, ਪਾਰਟੀਆਂ ਨੇ ਸੱਤਾ ਦੇ ਵਿੱਚ ਆਉਣਾ ਹੁੰਦਾ ਹੈ। ਪਾਵਰ ਪੋਲਿਟਿਕਸ ਦਾ ਪਹਿਲਾ ਅਸੂਲ ਹੈ। ਪਰ ਜਦੋਂ ਅਸੀਂ ਸੱਤਾ ਦੇ ਵਿੱਚ ਆਉਣ ਦੇ ਸਮਰੱਥ ਹੋ ਗਏ, ਭਾਵੇਂ ਪਹਿਲਾਂ ਕੋਲੀਸ਼ਨ ਸਰਕਾਰਾਂ ਬਣੀਆਂ ਅਤੇ ਭਾਵੇਂ ਉਸ ਤੋਂ ਬਾਅਦ ਅਕਾਲੀ ਦਲ ਇੰਡੀਪੈਂਡੈਂਟਲੀ ਸਰਕਾਰ ਬਣਾਉਣ ਦੇ ਸਮਰੱਥ ਹੋ ਗਿਆ ਸੀ, ਤਾਂ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਸੀ ਕਿ ਅਸੀਂ ਇਸ ਪੰਜਾਬ ਦੀ ਸੱਤਾ ਨੂੰ ਵਰਤਦੇ ਹੋਏ ਇੱਕ ਸਿੱਖ ਮਾਡਲ ਜਿਹੜਾ ਹੈ, ਸਿੱਖ ਮਾਡਲ ਆਫ ਗਵਰਨੈਂਸ ਜਾਂ ਪੰਜਾਬ ਮਾਡਲ ਆਫ ਗਵਰਨੈਂਸ, ਵਿਕਾਸ ਮਾਡਲ ਕੀ ਹੈ, ਇਸ ਵਾਸਤੇ ਮੈਂ ਸਮਝਦਾ ਕਿ ਸਾਨੂੰ ਬਹੁਤ ਕੰਮ ਕਰਨਾ ਚਾਹੀਦਾ ਸੀ, ਜਿਹੜਾ ਕਿ ਨਹੀਂ ਹੋ ਸਕਿਆ। ਕੇਂਦਰ ਸਰਕਾਰ ਦੀਆਂ ਨੀਤੀਆਂ ਵੀ ਸਾਡੇ ਖਿਲਾਫ ਭੁਗਤੀਆਂ, ਕਦੇ ਸਾਨੂੰ ਪੂਰਾ ਰਾਜ ਨਹੀਂ ਕਰ ਦਿੱਤਾ ਗਿਆ। 5 ਸਾਲ ਵਿੱਚ ਗਵਰਨੀ ਰਾਜ ਲੱਗਦੇ ਰਹੇ, ਸਰਕਾਰਾਂ ਟੁੱਟਦੀਆਂ ਰਹੀਆਂ। ਇਹ ਸਿੱਖ ਰਾਜਨੀਤੀ ਦਾ ਜਿਹੜਾ ਹੈ ਇੱਕ ਬੜਾ ਦੁਖਾਂਤਕ ਪਹਿਲੂ ਹੈ। ਪਰ ਫਿਰ ਵੀ ਸਾਡੇ ਸਾਹਮਣੇ ਅਜਿਹਾ ਸਮਾਂ ਸੀ, ਅਜਿਹੇ ਮੌਕੇ ਸਨ ਕਿ ਅਸੀਂ ਆਪਣੇ ਇੰਟਲੈਕਚੁਅਲਸ ਨਾਲ ਆਪਣੀ ਵਿਚਾਰਧਾਰਾ ਦੇ ਆਧਾਰ 'ਤੇ ਸਿੱਖ ਰਾਜਨੀਤੀ ਇੱਕ ਆਪਣਾ ਮਾਡਲ ਜ਼ਰੂਰ ਪੇਸ਼ ਕਰਦੀ ਕਿ ਸਾਡਾ ਪੰਜਾਬ ਦੀ ਆਪਣੀ ਰਾਜਨੀਤੀ ਕੀ ਹੈ, ਪੰਜਾਬ ਦੀ ਆਪਣੀ ਰਾਜਨੀਤੀ ਦਾ ਜਾਂ ਆਪਣੀ ਸੱਤਾ ਦਾ ਵਿਕਾਸ ਮਾਡਲ ਕੀ ਹੈ, ਸ਼ਾਸਕੀ ਮਾਡਲ ਕੀ ਹੈ,
ਸਾਡਾ ਆਰਥਿਕ ਮਾਡਲ ਕੀ ਹੈ, ਖੇਤੀ ਮਾਡਲ ਕੀ ਹੈ। ਅੱਜ ਜਦੋਂ ਕਿ ਸੰਘਰਸ਼ ਲੜਿਆ ਜਾ ਰਿਹਾ ਕਿਸਾਨੀ ਅੰਦੋਲਨ, ਤਾਂ ਇਹਦੇ 'ਚ ਇੱਕ ਬਹੁਤ ਵੱਡੀ ਗੱਲ ਨਿਕਲ ਰਹੀ ਹੈ ਕਿ ਘੱਟੋ ਘੱਟ ਸਾਨੂੰ ਪੰਜਾਬ ਦਾ ਆਪਣਾ ਖੇਤੀ ਵਿਕਾਸ ਮਾਡਲ ਸਿਰਜਣਾ ਚਾਹੀਦਾ। ਪਰ ਅੱਜ ਜਦੋਂ 2020 ਦੇ 'ਚ ਗੱਲਾਂ ਹੋ ਰਹੀਆਂ ਨੇ, ਤਾਂ ਇਹ ਗੱਲਾਂ 1970 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ, ਲਗਾਤਾਰ 50 ਸਾਲ ਇਹਨਾਂ ਦੇ ਛਾਏ ਹੋਏ ਨੇ ਪੰਜਾਬੀ ਸਿੱਖ ਰਾਜਨੀਤੀ 'ਤੇ, ਤਾਂ ਇਹ ਉਸ ਸਮੇਂ ਕਿਉਂ ਨਹੀਂ ਇਸ ਤਰ੍ਹਾਂ ਦਾ ਕੰਮ ਕਰ ਸਕੇ ਕਿ ਪੰਜਾਬ ਦਾ ਆਪਣਾ ਇੱਕ ਮਾਡਲ ਚਾਹੀਦਾ। ਸਾਡੀ ਵਿੱਦਿਅਕ ਨੀਤੀ ਕੀ ਹੈ, ਸਾਡੀ ਆਰਥਿਕ ਨੀਤੀ ਕੀ ਹੈ, ਸਾਡੀ ਸੱਭਿਆਚਾਰਕ, ਸਾਡੇ ਸਿੱਖ ਸੱਭਿਆਚਾਰ ਨੂੰ ਬਚਾਉਣ ਵਾਸਤੇ ਕੀ ਨੀਤੀ ਹੈ, ਸਾਡੀ ਹਿਊਮਨ ਰਿਸੋਰਸਿਸ ਡਿਵੈਲਪ ਕਰਨ ਦੀ ਕੀ ਨੀਤੀ ਹੈ। ਸੋ ਮੈਂ ਸਮਝਦਾ ਕਿ ਸਾਡੀ ਸਿੱਖ ਰਾਜਨੀਤੀ ਜਿਹੜੀ ਹੈ ਉਹ ਇਹਨਾਂ 50 ਸਾਲਾਂ ਦੇ ਵਿੱਚ ਉਲਝੀ ਰਹੀ ਹੈ। ਸੰਘਰਸ਼ ਵੀ ਲੜੇ ਗਏ, ਕੇਂਦਰ ਸਰਕਾਰ ਨਾਲ ਟਕਰਾਅ ਵੀ ਹੋਇਆ, 1984 ਦੇ ਸਾਕੇ ਹੋਏ, ਦਿੱਲੀ ਦੇ ਸਾਕੇ ਹੋਏ। ਇਹ ਸਾਰੇ ਦੁਖਾਂਤਕ ਪਹਿਲੂ ਨੇ ਜਿਹੜੇ ਕਿ ਸਾਡੇ ਸੰਘਰਸ਼ ਦੇ ਵਿੱਚ ਜੁੜੇ ਹੋਏ ਨੇ। ਪਰ ਫਿਰ ਵੀ ਮੈਂ ਸਮਝਦਾ ਕਿ ਸਿੱਖ ਰਾਜਨੀਤੀ ਦਾ ਜਿਹੜਾ ਪਿਛਲਾ 50 ਸਾਲ ਹੈ, ਇਹ ਇੱਕ ਆਪਣੇ ਤੌਰ 'ਤੇ ਪ੍ਰਾਪਤੀਆਂ ਵੀ ਹੈ। ਪ੍ਰਾਪਤੀ ਸਿਰਫ ਇੱਥੇ ਤੱਕ ਸੀਮਤ ਹੈ ਕਿ ਅਸੀਂ ਆਪਣਾ ਸਿਰ ਰਾਜ ਕਰ ਸਕਦੇ ਹਾਂ, ਪਰ ਕੀ ਅਕਾਲੀ ਰਾਜਨੀਤੀ, ਸਿੱਖ ਰਾਜਨੀਤੀ ਪੰਜਾਬ ਦੇ ਲੋਕਾਂ ਦੀ ਪਹਿਲੀ ਤਰਜੀਹ ਬਣੀ ਹੋਈ ਹੈ? ਇਹ ਬੜਾ ਵੱਡਾ ਸਵਾਲ ਸਾਡੇ ਸਾਹਮਣੇ ਹੈ, ਕਿਉਂਕਿ ਸੰਕਟ ਹੈ ਇਹ। ਅੱਜ ਜਦੋਂ ਕਿ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਜਿਹੜੇ ਹੋਰ ਗਰੁੱਪਸ ਨੇ, ਕਿਉਂਕਿ ਇਸ ਵੇਲੇ ਫੁੱਟ ਬੜਾ ਵੱਡਾ ਇੱਕ ਫੈਕਟਰ ਬਣਿਆ ਹੋਇਆ ਰਾਜਨੀਤੀ ਦੇ ਸੰਕਟ ਦਾ, ਉਹਦੇ ਵਾਸਤੇ ਅਸੀਂ ਅੱਗੇ ਗੱਲ ਕਰਾਂਗੇ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਸੱਤਾ ਦੇ ਦਾਅਵੇਦਾਰ ਕਾਂਗਰਸ ਹੈ, ਔਰ ਅੱਗੇ ਜਾ ਕੇ 1917 ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਦਾਅਵੇਦਾਰ ਬਣੀ, ਤਾਂ ਕੀ ਅਸੀਂ ਕਾਂਗਰਸ ਨਾਲ ਪੂਰਾ ਮੁਕਾਬਲਾ ਕਰਕੇ ਸਿੱਖ ਪੰਜਾਬ ਦੇ ਲੋਕਾਂ ਦੀ ਅਕਾਲੀ ਪਾਰਟੀ ਜਾਂ ਸਿੱਖ ਰਾਜਨੀਤੀ ਪਹਿਲੀ ਤਰਜੀਹ ਬਣੀ ਰਹੀ ਹੈ? ਇੱਥੇ ਆ ਕੇ ਫਿਰ ਸਾਡੇ ਸਾਹਮਣੇ ਸੰਕਟ ਹੈ ਕਿ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਸਥਿਤੀ ਹੈ ਉਹ ਤੀਸਰੇ ਦਰਜੇ ਦੀ ਹੈ। ਆਮ ਆਦਮੀ ਪਾਰਟੀ ਤੋਂ ਦੂਜੇ ਦਰਜੇ 'ਤੇ ਆ ਕੇ ਉਹ ਪੰਜਾਬ ਅਸੈਂਬਲੀ ਵਿੱਚ 15 ਸੀਟਾਂ ਜਾਂ 13 ਸੀਟਾਂ 'ਤੇ ਖੜੀ ਹੈ। ਸੋ ਇੱਥੇ ਮੈਂ ਸਮਝਦਾ ਕਿ ਸਿੱਖ ਰਾਜਨੀਤੀ ਵਾਸਤੇ ਬੜੇ ਸੰਕਟ ਨੇ। ਉਹ ਸੰਕਟ ਇਹ ਵੀ ਨੇ ਕਿ ਇਸ ਦੀ ਕ੍ਰੈਡੀਬਿਲਿਟੀ ਲੂਜ਼ ਹੋਈ ਜਾ ਰਹੀ ਹੈ। ਇਹਦੇ ਨਾਲ ਲੀਡਰਸ਼ਿਪ ਲਾਸ ਹੈ ਪਿਛਲੇ 50 ਸਾਲ ਦੇ ਵਿੱਚ, ਜੋ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਜਾਂ ਸੁਖਬੀਰ ਸਿੰਘ ਬਾਦਲ ਦੇ ਸਮੇਂ ਦੇ ਵਿੱਚ ਆਇਆ ਹੈ। ਇਹਦੇ ਵਿੱਚ ਮੈਂ ਸਮਝਦਾ ਕਿ ਇਸ ਵੇਲੇ ਅਸੀਂ ਇੰਨੇ ਸਿੱਖ ਸਮਾਜ ਜਿਹੜਾ ਸਿੱਖ ਪੰਥ ਇੰਨੇ ਕ੍ਰਾਈਸਿਸ ਚੱਲ ਰਿਹਾ ਹੈ ਕਿ ਉਹ ਆਪਣੀ ਰਾਜਨੀਤੀ ਕਿਹਨੂੰ ਕਹੀਏ, ਕਿਸ ਦੇ ਵਿੱਚ ਆਪਣੀ ਕ੍ਰੈਡੀਬਿਲਿਟੀ, ਕਿਸ ਵਿੱਚ ਵਿਸ਼ਵਾਸ ਲੈ ਕੇ ਆਵੇ। ਨਾ ਇਹਦੇ ਵਿੱਚ ਕੋਈ ਅਕਾਲੀ ਦਲ ਬਾਦਲ ਦੇ 'ਚ ਵਿਸ਼ਵਾਸ ਲਿਆ ਜਾ ਸਕਦਾ ਹੈ, ਉਹ ਕ੍ਰੈਡੀਬਿਲਿਟੀ ਲਾਸ ਹੋ ਗਿਆ ਹੈ। ਅਕਾਲੀ ਦਲ ਜਿਹੜਾ ਡੈਮੋਕ੍ਰੈਟਿਕ ਹੈ, ਸੁਖਦੇਵ ਸਿੰਘ ਢੀਂਡਸਾ ਨੇ ਬਣਾਇਆ ਹੋਇਆ, ਉਹਦੇ ਵਿੱਚ ਕੀ ਵਿਸ਼ਵਾਸ ਲਿਆਂਦਾ ਜਾਏ ਕਿ ਜਿਹੜੇ ਹੋਰ ਟੁੱਟਵੇਂ ਦਲ ਨੇ, ਅਕਾਲੀ ਦਲ ਮਾਨ ਹੈ, ਉਹ ਅੰਮ੍ਰਿਤਸਰ ਐਲਾਨਨਾਮੇ ਦੇ ਆਧਾਰ 'ਤੇ ਬਣਿਆ ਸੀ, ਕਿ ਉਹ ਅੰਮ੍ਰਿਤਸਰ ਐਲਾਨਨਾਮਾ ਕਿਸੇ ਲੋਕਾਂ ਦੀ ਚੇਤਨਾ ਵਿੱਚ ਹੈ ਕਿ ਕਿਸੇ 1994 ਦੇ ਜੋ ਉਹ ਅਕਾਲੀ ਦਲ ਹੋਂਦ ਵਿੱਚ ਆਇਆ ਸੀ, ਸਾਰੇ ਅਕਾਲੀ ਦਲ ਨੂੰ ਭੰਗ ਕਰਕੇ ਇੱਕ ਅਕਾਲੀ ਦਲ ਬਣਿਆ ਸੀ ਅਤੇ ਅੰਮ੍ਰਿਤਸਰ ਐਲਾਨਨਾਮਾ ਬਣਿਆ ਸੀ, ਕਿ ਉਹ ਐਲਾਨਨਾਮਾ ਸਾਡੀ ਸਿੱਖ ਚੇਤਨਾ ਦਾ ਹਿੱਸਾ ਬਣ ਸਕਦਾ? ਜਾਂ ਜਿਹੜੇ ਦੂਸਰੇ ਅਕਾਲੀ ਦਲ ਨੇ, ਜਿਹੜੇ ਕਿ ਛੋਟੇ ਛੋਟੇ ਗਰੁੱਪਸ ਨੇ, ਉਹ ਕੋਈ ਅੱਗੇ ਜਾ ਕੇ ਅਗਵਾਈ ਦਿਸ਼ਾ ਦੇ ਸਕਦੇ ਨੇ? ਸੋ ਮੈਂ ਸਮਝਦਾ ਕਿ ਇੱਕ ਜਿਹੜਾ ਸੰਕਟ ਹੈ ਉਹ ਅਕਾਲੀ ਸ਼ਬਦ ਦਾ ਵੀ ਹੈ। ਅਕਾਲੀ ਸ਼ਬਦ ਜਿਹੜਾ ਪਾਰਟੀਆਂ ਜਿਹੜੀਆਂ ਦੂਜੀਆਂ ਬਣਦੀਆਂ ਨੇ ਉਹ ਛੱਡਣ ਨੂੰ ਤਿਆਰ ਨਹੀਂ ਹੈਗੀਆਂ। ਅਕਾਲੀ ਦਲ ਕਿਸੇ ਸਮੇਂ ਬੜਾ ਇੱਕ ਸ਼ਹੀਦਾਂ ਦੀ ਧਰਤੀ ਪਾਰਟੀ ਸੀ, ਬੜੀ ਇੱਕ ਮਹਾਨ ਇਸਨੇ ਕੁਰਬਾਨੀਆਂ ਕੀਤੀਆਂ, ਪਰ ਅੱਜ ਅਕਾਲੀ ਸ਼ਬਦ ਦੀ ਕ੍ਰੈਡੀਬਿਲਿਟੀ ਲੂਜ਼ ਹੁੰਦੀ ਜਾ ਰਹੀ ਹੈ। ਪੰਜਾਬ ਦੀ ਰਾਜਨੀਤੀ ਦੇ ਵਿੱਚ ਹੋਰ ਗਰੁੱਪ ਵੀ ਪੈਦਾ ਹੋਏ, ਚਾਹੇ ਸਿੱਖ ਸਟੂਡੈਂਟ ਫੈਡਰੇਸ਼ਨ ਹੈ, ਚਾਹੇ ਦਲ ਖਾਲਸਾ ਹੈ, ਉਹਨਾਂ ਨੇ ਵੀ 30-40 ਸਾਲ ਤੋਂ ਇਸ ਵਰਕ ਕੀਤਾ ਹੈ, ਪਰ ਅਜੇ ਤੱਕ ਹੈਰਾਨੀ ਦੀ ਗੱਲ ਹੈ ਕਿ ਉਹ ਬਦਲਵਾਂ ਸਿਸਟਮ ਜਿਹੜਾ ਅਕਾਲੀ ਦਲ ਪੋਲੀਟਿਕਸ ਦਾ ਬਦਲਵਾਂ ਸਿਸਟਮ ਨਹੀਂ ਦੇ ਸਕੇ। ਸੋ ਸਾਡੇ ਸਾਹਮਣੇ ਖਾਲਸਾ ਜੀ ਇੱਕ ਬਹੁਤ ਵੱਡੀ ਸਥਿਤੀ ਹੈ ਕਿ ਇਸ ਵੇਲੇ ਜਦੋਂ ਕਿ ਸਾਡੀ ਸਿੱਖ ਰਾਜਨੀਤੀ ਕਿਸੇ ਆਦਰਸ਼ਾਂ ਤੋਂ ਵੀ ਹਿਉਣੀ ਹੋਈ ਹੈ, ਕੋਈ ਆਦਰਸ਼ ਨਹੀਂ, ਕੋਈ ਸਾਡਾ ਗੋਲ ਨਹੀਂ, ਕੇਵਲ ਸੱਤਾ ਦੇ ਵਿੱਚ ਆਉਣਾ ਹੀ ਗੋਲ ਬਣ ਗਿਆ ਹੈ, ਤਾਂ ਇਸ ਦੇ ਵਿੱਚ ਅਸੀਂ ਜਿਹੜਾ ਸਾਡਾ ਸਿੱਖ ਰਾਜ ਦਾ ਜਾਂ ਸਾਡਾ ਜਿਹੜਾ ਸਿੱਖ ਰਾਜ ਦਾ ਮਾਡਲ ਹੈ ਜਾਂ ਸਰਕਾਰੇ ਖਾਲਸਾ ਜੋ ਇਸ ਧਰਤੀ ਦੇ ਉੱਤੇ ਇਤਨੇ ਵੱਡੇ ਸਮੇਂ ਤੱਕ ਉਸ ਨੇ ਇੱਕ ਜੀਓ ਪੋਲੀਟਿਕਸ ਨੂੰ ਪ੍ਰਭਾਵਿਤ ਕੀਤਾ ਸੀ, ਕਿ ਅੱਜ ਅਸੀਂ ਇਸ ਖਿੱਤੇ ਦੀ ਰਾਜਨੀਤੀ ਨੂੰ ਜਾਂ ਜੋ ਜੀਓ ਪੋਲੀਟੀਕਲ ਸਪੇਸ ਹੈ ਉਹਦੇ ਵਿੱਚ ਸਿੱਖ ਰਾਜਨੀਤੀ ਦਾ ਕੋਈ ਆਧਾਰ ਹੈ ਕਿ ਉਸਦਾ ਕੋਈ ਵਚਨ ਹੈ ਜਿਹਦੇ ਨਾਲ ਕਿ ਅਸੀਂ ਉਸ ਦੇ ਨਾਲ ਪ੍ਰਵਚਨ ਕਰਕੇ ਇਸ ਜੀਓ ਪੋਲੀਟਿਕਸ ਦੇ ਵਿੱਚ ਸਾਡਾ ਕੋਈ ਯੋਗਦਾਨ ਪੈ ਸਕੇ। ਸੋ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਫੁੱਟ ਦਾ ਸੰਕਟ, ਕ੍ਰੈਡੀਬਿਲਿਟੀ ਲਾਸ ਦਾ ਸੰਕਟ, ਆਦਰਸ਼ਾਂ ਤੋਂ ਵਿਹੂਣੀ ਦਾ ਸੰਕਟ, ਵਿਜ਼ਨਲੈਸ ਰਾਜਨੀਤੀ, ਇਸ ਨੂੰ ਕਹਿ ਸਕਦੇ ਲਵਾਰਸ ਰਾਜਨੀਤੀ, ਇਹ ਸਾਰੀ ਸਥਿਤੀ ਦੇ ਵਿੱਚ ਜਦੋਂ 100 ਸਾਲ ਬਾਅਦ ਅੱਜ ਅਕਾਲੀ ਦਲ
ਤੇ ਦੂਜਾ ਜਿਹੜਾ ਅਕਾਲੀ ਦਲ ਡੈਮੋਕ੍ਰੈਟਿਕ ਹੈ ਉਹ ਮੋਗੇ ਵਿੱਚ 15 ਅਗਸਤ ਨੂੰ ਦਸੰਬਰ ਨੂੰ ਅਕਾਲੀ ਦਲ ਦੀ 100 ਸਾਲਾ ਵਰ੍ਹੇਗੰਢ ਮਨਾਉਣ ਜਾ ਰਿਹਾ ਤੇ ਅਕਾਲੀ ਦਲ ਬਾਦਲ ਉਹ ਅਨੰਦਪੁਰ ਸਾਹਿਬ ਦੇ ਵਿੱਚ ਅਗਲੇ ਮਹੀਨੇ ਇੱਥੇ ਮਨਾਉਣ ਜਾ ਰਿਹਾ ਤਾਂ ਸਾਡੇ ਸਾਹਮਣੇ ਇੱਕ ਬੜਾ ਵੱਡਾ ਸਵਾਲ ਇਹ ਹੈ ਸਾਰੀ ਰਾਜਨੀਤੀ ਸਾਹਮਣੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਰਾਜਨੀਤਿਕਾਂ ਕੋਲੋਂ ਜਾਂ ਇਹਨਾਂ ਰਾਜਨੀਤਿਕ ਪਾਰਟੀਆਂ ਕੋਲੋਂ ਸਿੱਖ ਹਿੱਤਾਂ ਦੀ ਰੱਖਿਆ ਦੀ ਆਸ ਰੱਖੀ ਜਾ ਸਕਦੀ ਹੈ ਜਦੋਂ ਕਿ ਇਹਨਾਂ ਤੋਂ ਕਿਸੇ ਕਿਸਮ ਦੀ ਕੋਈ ਇੰਨੀ ਫੁੱਟ ਹੈ, ਸੰਕਟ ਗਿਰਸੇ ਹੋਏ ਨੇ ਕਿ ਇਹਨਾਂ ਦੇ ਕੋਲ ਕੋਈ ਵਿਜ਼ਨ ਨਹੀਂ। ਜਿਵੇਂ ਮੈਂ ਮਹਿਸੂਸ ਕਰਦਾ ਕਿ ਇਹ ਸਵਾਲ ਜਿਹੜਾ ਸਾਨੂੰ ਇਹਨਾਂ ਆਗੂਆਂ ਨੂੰ ਪੁੱਛਣਾ ਬੜਾ ਜ਼ਰੂਰੀ ਹੈ ਕਿ ਉਹਨਾਂ ਕੋਲ ਆਉਣ ਵਾਲੇ ਸਮਾਂ ਵਿੱਚ ਘੱਟੋ ਘੱਟ 2022 ਤੱਕ 2025 ਤੱਕ ਜਾਂ ਆਉਣ ਵਾਲੇ ਦਹਾਕਿਆਂ ਦੇ ਵਿੱਚ ਸਿੱਖ ਰਾਜਨੀਤੀ ਕੋਲ, ਅਕਾਲੀ ਰਾਜਨੀਤੀ ਕੋਲ ਕੀ ਦਿਸ਼ਾ ਹੈ। ਦਿਸ ਇਜ਼ ਅ ਬਿਗ ਕੁਐਸਚਨ। ਇੱਥੇ ਮੈਂ ਸਮਝਦਾ ਖਾਲਸਾ ਜੀ ਕਿ ਸਾਡੇ ਸਾਹਮਣੇ ਇੱਕ ਨਵੀਂ ਸਥਿਤੀ ਪੈਦਾ ਹੋ ਗਈ ਹੈ। ਅਕਾਲੀ ਦਲ ਦੇ ਵਿਰੋਧ ਵਿੱਚ ਪਾਰਟੀਆਂ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ ਅਤੇ ਹੋਰ ਦੂਸਰੇ ਗਰੁੱਪ ਨੇ। ਜੇ ਸੱਤਾ ਦੀ ਆਉਣ ਦੀ ਗੱਲ ਕਰੀਏ ਤਾਂ ਕੀ ਇਹ ਆਉਣ ਵਾਲੇ 2022 ਦੇ ਵਿੱਚ ਇਹ ਸੱਤਾ 'ਚ ਆ ਸਕਦੇ ਨੇ? ਕਿਉਂਕਿ ਸੱਤਾ ਦਾ ਆਪਣਾ ਇੱਕ ਮਾਡਲ ਹੁੰਦਾ ਹੈ। ਸੱਤਾ ਨੇ ਆਉਣ ਵਾਲੇ ਸਮੇਂ ਦੇ ਵਿੱਚ, ਹਰ ਸਮੇਂ ਦੇ ਵਿੱਚ ਜੋ ਕੰਮ ਕਰਨੇ ਹੁੰਦੇ ਨੇ, ਕਿਸੇ ਕੌਮ ਦੇ ਹਿੱਤਾਂ ਦੀ ਰੱਖਿਆ ਕਰਨੀ ਹੁੰਦੀ ਹੈ, ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨੀ ਹੁੰਦੀ ਹੈ, ਉਹਦੇ ਵਾਸਤੇ ਬੜਾ ਵੱਡਾ ਵਿਜ਼ਨ ਚਾਹੀਦਾ ਕੋਲ। ਸੋ ਇਸ ਵਾਸਤੇ ਮੈਂ ਸਮਝਦਾ ਕਿ 2022 ਦੀ ਜਿਹੜੀ ਸਥਿਤੀ ਹੈ ਉਹਦੇ ਵਿੱਚ ਜੋ ਫੁੱਟ ਹੈ ਉਹ ਮੈਂ ਸਮਝਦਾ ਬੜੇ ਸਾਡੇ ਆੜੇ ਆ ਰਹੀ ਹੈ। ਇੱਕ ਮੈਂ ਮਹਿਸੂਸ ਕਰਦਾ ਖਾਲਸਾ ਜੀ ਕਿ ਸਿੱਖਾਂ ਨੇ ਇਸ ਤਰ੍ਹਾਂ ਦਾ ਆਪਣੀ ਇੱਕ ਫੁੱਟ ਦਾ ਬਣ ਗਿਆ ਹੋਇਆ ਸਿਲਸਿਲਾ ਕਿ ਜਦੋਂ ਕਿਤੇ ਕੋਈ ਸਾਂਝੇ ਹਿੱਤ ਆਉਂਦੇ ਨੇ, ਪੰਥ ਨੂੰ ਕੋਈ ਸਾਂਝੇ ਚੁਣੌਤੀਆਂ ਆਉਂਦੀਆਂ ਨੇ, ਉੱਥੇ ਇਹ ਆਪਸ 'ਚ ਇਕੱਠੇ ਨਹੀਂ ਹੁੰਦੇ। ਜਿਵੇਂ ਦੇਖੋ ਜੰਮੂ ਕਸ਼ਮੀਰ ਦੇ ਵਿੱਚ ਹੈ, ਇੱਕ ਬੜੀ ਐਸੀ ਸਥਿਤੀ ਬਣੀ ਹੈ ਸਾਰਿਆਂ ਵਾਸਤੇ ਕਿ 370 ਧਾਰਾ ਖੋਲ੍ਹੀ ਗਈ ਹੈ। ਉੱਥੇ ਆਪਣੇ ਉਸ ਹੱਕਾਂ ਦੀ ਰਾਖੀ ਲਈ 370 ਧਾਰਾ ਦੀ ਬਹਾਲੀ ਲਈ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ। ਸਾਡੇ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਕਿਸਾਨੀ ਅੰਦੋਲਨ ਦੇ ਮਸਲੇ ਦੇ ਵਿੱਚ ਜਦੋਂ ਕਿ ਸਾਰਾ ਪੰਜਾਬ ਦਾ ਕਿਸਾਨ ਹੀ ਜਿਹੜਾ ਸੰਕਟ 'ਚ ਆ ਗਿਆ ਹੈ, ਉੱਥੇ ਕਿਸੇ ਵੀ ਅਕਾਲੀ ਪਾਰਟੀ ਨੇ ਆਪਣੇ ਤੌਰ 'ਤੇ ਸਾਂਝੇ ਹਿੱਤਾਂ ਦੀ ਮੁੱਖ ਰੱਖਦੇ ਹੋਇਆ ਇਕੱਠੇ ਨਹੀਂ ਹੋਏ। ਸੋ ਇਸ ਵਾਸਤੇ ਮੈਂ ਸਮਝਦਾ ਕਿ ਨਵੇਂ ਪੋਲੀਟੀਕਲ ਰਿਫਾਰਮਸ ਦੀ ਲੋੜ ਹੈ। ਜਿਵੇਂ ਮੈਂ ਮਹਿਸੂਸ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ 'ਚ ਸੁਧਾਰਾਂ ਲਿਆਉਣ ਦੀ ਲੋੜ ਹੈ, ਇੱਕ ਨਵੀਂ ਰੀਡਿਫਾਈਨ ਕਰਨੀ ਦੀ ਲੋੜ ਹੈ। ਇਸ ਤਰ੍ਹਾਂ ਸਾਡੀ ਸਿੱਖ ਰਾਜਨੀਤੀ ਨੂੰ ਔਰ ਜਿਹੜੀ ਅਕਾਲੀ ਰਾਜਨੀਤੀ ਦਾ ਵੱਡਾ ਘਟਕ ਹੈ, ਇਸ ਨੂੰ ਆਪਣੇ ਨੂੰ ਰੀਇਨਵੈਂਟ ਕਰਨਾ ਪਏਗਾ। ਨਵੇਂ ਹਾਲਾਤ ਦੇ ਵਿੱਚ 1921-22 ਦੇ ਵਿੱਚ ਕੀ ਹਾਲਾਤ ਬਣਦੇ ਨੇ ਔਰ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋ ਕੇ ਕਿਵੇਂ ਇਸ ਸੱਤਾ ਨੂੰ ਆਪਣੇ ਮਾਡਲ ਤਿਆਰ ਕਰਕੇ ਪੰਜਾਬ ਦੇ ਸਿੱਖ ਪੰਥ ਦੇ ਹਿੱਤਾਂ ਦੀ ਰੱਖਿਆ ਲਈ ਕੰਮ ਕਰਨੀ ਹੈ, ਇਸ ਵਾਸਤੇ ਸੋਚਣਾ ਪਏਗਾ। ਪਰ ਫਿਰ ਵੀ ਸਾਡੇ ਸਾਹਮਣੇ ਇੱਕ ਸਥਿਤੀ ਐਸੀ ਹੈ ਕਿ ਅਜੇ ਵੀ ਜੂਲੇ ਬਿਨਾਂ ਦਾ ਕੁਝ ਨਹੀਂ ਵਿਗੜਿਆ। 100 ਸਾਲ ਹੈ, ਮੰਥਨ ਕਰੀਏ। 100 ਸਾਲ ਬਾਅਦ ਜਦੋਂ ਹੁਣ ਸਮਾਜ ਬਣਿਆ 2020 ਦਾ ਅਤੇ ਇਸ ਦੇ ਵਿੱਚ ਅਸੀਂ ਕੀ ਦਿਸ਼ਾ ਦੇ ਸਕਦੇ ਹਾਂ, ਇਸ ਵਾਸਤੇ ਸਾਡੇ ਇੰਟਲੈਕਚੁਅਲਸ ਨੂੰ, ਸਾਡੇ ਪੋਲੀਟੀਕਲ ਜਿਹੜੇ ਐਨਾਲਿਸਟ ਨੇ, ਵਿਦਵਾਨਾਂ ਨੂੰ ਇਕੱਠੇ ਬੈਠ ਕੇ ਉਸ ਨੂੰ ਸੋਚਣਾ ਚਾਹੀਦਾ ਹੈ ਕਿ ਕਿਸ ਢੰਗ ਦੇ ਨਾਲ ਅਸੀਂ ਆਪਣੀ ਸਿੱਖ ਰਾਜਨੀਤੀ ਸੰਸਥਾ ਨੂੰ ਵੀ ਬਚਾ ਲਈਏ। ਕਿਉਂਕਿ ਇਸ ਲਈ ਸੰਕਟ ਇਸ ਸੰਸਥਾ ਨੂੰ ਬਚਾਉਣ ਦਾ ਬਣ ਗਿਆ ਹੋਇਆ ਕਿ ਜਦੋਂ ਕਿ ਕਿਸਾਨੀ ਅੰਦੋਲਨ ਦੇ ਵਿੱਚ ਸਾਡੀਆਂ ਸਥਿਤੀਆਂ ਐਸੀਆਂ ਬਣ ਗਈਆਂ ਨੇ ਕਿ ਜਿਹੜੀਆਂ ਸ਼ਾਇਦ ਇਹਦੇ ਵਿੱਚ ਅਕਾਲੀ ਰਾਜਨੀਤੀ ਜਿਹੜੀ ਹੈ ਉੱਭਰ ਵੀ ਸਕਦੀ ਹੈ, ਨਹੀਂ ਵੀ ਉੱਭਰ ਸਕਦੀ। ਕੀ ਇਸ ਦੇ ਵਿੱਚ ਹੋਰ ਨੁਕਸਾਨ ਹੋਏਗਾ? ਕੀ ਸਾਰੀ ਸਥਿਤੀ ਦੇ ਵਿੱਚ ਸਾਡੀ ਸਿੱਖ ਰਾਜਨੀਤੀ ਸੰਸਥਾ ਰੁੱਲ ਜਾਏਗੀ ਜਾਂ ਇਹਦੇ 'ਚ ਕੋਈ ਹੋਰ ਧਿਰਾਂ ਉੱਠ ਖੜੀਆਂ ਹੋਣਗੀਆਂ? ਕਿਉਂਕਿ ਜਦੋਂ ਵੀ ਮੈਂ ਪਿਛਲੀ ਵਾਰੀ ਵੀ ਕਿਹਾ ਹੈ ਕਿ ਅੰਡਰ ਕਰੰਟ ਦੇ ਵਿੱਚ ਐਸੀ ਚੱਲਦੀ ਹੁੰਦੀ ਗੱਲ ਜਿਹੜੀ ਕਿ ਸਮਾਂ ਆਉਣ 'ਤੇ ਉਹ ਆਪਣਾ ਵੈਂਟ ਲੱਭ ਲੈਂਦੀ ਹੈ। ਅਗਰ ਸਿੱਖ ਰਾਜਨੀਤੀ ਦਾ ਮੂੰਹ ਮੁਹਾਂਦਰਾ ਨਹੀਂ ਬਣਦਾ, 1 ਸਾਲ ਦਾ ਸਮਾਂ ਪਿਆ ਸਾਡੇ ਕੋਲ, ਜੇਕਰ ਇਹਦੇ ਵਿੱਚ ਕੋਈ ਨਵੀਆਂ ਸ਼ਕਤੀਆਂ ਜਾਂ ਨਵਾਂ ਵਿਜ਼ਨ ਔਰ ਨਵੀਂ ਜਥੇਬੰਦਕ ਸ਼ਕਤੀ, ਉਹਦੇ ਸਾਰੇ ਜਿਹੜੇ ਸਾਡੇ ਕੋਲ ਇੱਕ ਮਾਡਲ ਸਟੇਟ ਬਣਾਉਣ ਵਾਸਤੇ ਸਾਡੇ ਕੋਲ ਕੋਈ ਐਸਾ ਡਾਕੂਮੈਂਟ ਨਹੀਂ ਬਣਦਾ ਜਿਸ ਨਾਲ ਕਿ ਅਕਾਲੀ ਰਾਜਨੀਤੀ ਉਸ ਦਿਸ਼ਾ ਵੱਲ ਵਧੇ, ਤਾਂ ਮੈਂ ਮਹਿਸੂਸ ਕਰਦਾ ਕਿ ਸਾਡੇ ਵਾਸਤੇ ਇੱਕ ਫਿਰ ਬੜੀ ਚਿੰਤਾਜਨਕ ਸਥਿਤੀ ਬਣੇਗੀ ਜਿਹੜੀ ਕਿ ਸਾਡੇ ਵਾਸਤੇ ਫਿਰ ਨਵੀਂ ਸਥਿਤੀ ਬਣਾਉਣੀ ਬੜੀ ਔਖੀ ਹੋਏਗੀ। ਦੂਸਰੀ ਗੱਲ ਮੈਂ ਸਮਝਦਾ ਕਿ ਸਾਡੀ ਰਾਜਨੀਤੀ ਨੂੰ ਪੰਜਾਬ ਦਾ ਅਰਥ ਚਾਹੀਦਾ ਹੈ। ਸਾਡੀ ਪੰਜਾਬ ਨੂੰ ਆਪਣੀ ਇੱਕ ਪਾਰਟੀ ਬਣਾਉਣੀ ਚਾਹੀਦੀ। ਦੇਖੋ, ਕਾਂਗਰਸ ਦਿੱਲੀ ਤੋਂ ਦਿਸ਼ਾ ਲੈਂਦੀ ਹੈ, ਆਮ ਆਦਮੀ ਪਾਰਟੀ ਦਿੱਲੀ ਤੋਂ ਦਿਸ਼ਾ ਲੈਂਦੀ ਹੈ, ਅਕਾਲੀ ਦਲ ਅੱਜ ਤੋਂ ਪਹਿਲਾਂ ਬੀਜੇਪੀ ਦੇ ਨਾਲ ਔਰ ਹੋਰ ਜਿਹੜੀਆਂ ਪਾਰਟੀਆਂ ਦੇ ਨਾਲ ਦਿੱਲੀ ਕੇਂਦਰਿਤ ਪਾਰਟੀਆਂ ਦੇ ਨਾਲ ਦਿਸ਼ਾ ਲੈਂਦੀ ਰਹੀ ਹੈ। ਦੂਸਰਾ ਮੈਂ ਸਮਝਦਾ ਕਿ ਸਾਡੀ ਅਕਾਲੀ ਪਾਰਟੀ ਦਾ ਜਿਹੜਾ ਮੂਲ ਧੁਰਾ ਜਾਂ ਮੁੱਦਾ ਹੈ ਉਹ ਐਂਟੀ ਕਾਂਗਰਸਿਜ਼ਮ ਹੈ। ਜਿਹੜੇ ਸਾਡੇ ਦੂਜੇ ਵਿਰੋਧੀ ਗਰੁੱਪ ਨੇ ਅਕਾਲੀ ਦਲ ਦੇ, ਉਹ ਐਂਟੀ ਬਾਦਲਿਜ਼ਮ ਨੂੰ ਨਿੰਦਦੇ ਨੇ, ਉਹਨੂੰ ਕਰਕੇ ਆਪਣੀ ਤਾਕਤ ਚਾਉਣਾ ਚਾਹੁੰਦੇ ਨੇ
ਤੇ ਅਕਾਲੀ ਦਲ ਸਥਾਪਿਤ ਰਾਜਨੀਤੀ ਜਿਹੜੀ ਹੈ ਉਹ ਐਂਟੀ ਕਾਂਗਰਸ ਦੇ ਹੋ ਕੇ ਆਪਣੀ ਸੱਤਾ ਜਾਣਾ ਚਾਹੁੰਦੀ। ਪਰ ਮੈਂ ਸਮਝਦਾ ਕਿ ਕਿਉਂ ਨਹੀਂ ਅਸੀਂ ਜਿਹੜਾ ਆਪਣਾ ਵਿਜ਼ਨ ਕੋ ਲਿਖੀਏ, ਵਿਜ਼ਨ ਆਪਣਾ ਜਿਹੜਾ ਇੱਕ ਦਿਸ਼ਾ ਨਿਰਧਾਰਿਤ ਕਰਕੇ ਪੰਥ ਦੀਆਂ ਜੋ ਲੋੜਾਂ ਨੇ ਉਸ ਨੂੰ ਮੁੱਖ ਰੱਖ ਕੇ ਅਸੀਂ ਆਪਣੀ ਦਿਸ਼ਾ ਦੇ ਆਧਾਰ 'ਤੇ ਕਿਉਂ ਨਹੀਂ ਚੱਲਦੇ? ਕਿਉਂ ਅਸੀਂ ਆਪਣਾ ਪੋਜ਼ੀਟਿਵ ਪ੍ਰੋਗਰਾਮ ਨਹੀਂ ਲੈ ਕੇ ਆਉਂਦੇ? ਕਿਉਂ ਅਸੀਂ ਪੰਜਾਬ ਦੀ ਆਪਣੀ ਰਾਜਨੀਤੀ ਲਈ ਕਿਉਂ ਨਹੀਂ ਲੜਦੇ? ਸਾਡੇ ਪੰਥ ਦੀ ਆਪਣੀ ਰਾਜਨੀਤੀ ਹੋਣੀ ਚਾਹੀਦੀ ਹੈ। ਸਾਡਾ ਪੰਥ ਦਾ ਆਪਣਾ ਇੱਕ ਜਲਾਓ ਹੈ, ਸਰਕਾਰੇ ਖਾਲਸਾ ਦੇ ਅਸੀਂ ਵਾਰਿਸ ਹਾਂ। ਇਹ ਜੀਓਪੋਲੀਟੀਕਲ ਸਪੇਸ ਦੇ ਵਿੱਚ ਅਸੀਂ ਬਹੁਤ ਵੱਡੀ ਰੋਲ ਅਦਾ ਕਰ ਸਕਦੇ ਹਾਂ। ਪਰ ਮੈਂ ਸਮਝਦਾ ਕਿ ਇਹਦੇ ਵਿੱਚ ਸੰਭਾਵਨਾ ਪਈਆਂ ਨੇ। ਜੇਕਰ ਅਸੀਂ ਇਹਨਾਂ ਮੁੱਦਿਆਂ ਨੂੰ ਸੰਬੋਧਨ ਹੋਵਾਂਗੇ, ਚਾਹੇ ਉਹ ਅਕਾਲੀ ਦਲ ਬਾਦਲ ਹੈ, ਚਾਹੇ ਉਹ ਅਕਾਲੀ ਦਲ ਡੈਮੋਕ੍ਰੈਟਿਕ ਹੈ, ਚਾਹੇ ਉਹ ਅਕਾਲੀ ਦਲ ਮਾਨ ਹੈ, ਜਾਂ ਯੂਨਾਈਟਿਡ ਅਕਾਲੀ ਦਲ ਹੈ, ਜਾਂ ਦਲ ਖਾਲਸਾ, ਕੋਈ ਜਿਹੜੇ ਰਾਜਨੀਤਿਕ ਗਰੁੱਪ ਨੇ, ਅਗਰ ਉਹ ਪੰਥ ਦੇ ਗੁਰੂ ਗ੍ਰੰਥ ਸਾਹਿਬ ਦੇ ਆਧਾਰਿਤ ਜੋ ਇੱਕ ਆਦਰਸ਼ਕ ਰਾਜ, ਆਦਰਸ਼ਕ ਵਿਵਸਥਾ, ਆਦਰਸ਼ਕ ਇਕੋਨਮੀ, ਵਿਸਮਾਦੀ ਵਿੱਦਿਆ, ਵਿਸਮਾਦੀ ਕਲਚਰ, ਔਰ ਇਸ ਨਾਲ ਜੋ ਸਾਡੇ ਸਾਹਮਣੇ ਜੋ ਕੁਛ ਵੀ ਸਥਿਤੀ ਬਣਦੀ ਹੈ, ਅਗਰ ਅਸੀਂ ਉਹਨਾਂ ਨੂੰ ਐਡਰੈਸ ਨਹੀਂ ਕਰਾਂਗੇ ਤਾਂ ਸਾਡੀ ਰਾਜਨੀਤੀ ਜਿਹੜੀ ਹੈ ਉਹ ਹੋਰ ਸੰਕਟ ਚਲੀ ਜਾਏਗੀ। ਲੋੜ ਹੈ ਕਿ ਇਸ ਵੇਲੇ ਅਸੀਂ ਆਪਣੀ ਰਾਜਨੀਤੀ ਨੂੰ ਰੀਡਿਫਾਈਨ ਕਰੀਏ, ਨਵੇਂ ਆਦਰਸ਼ ਮਿਥੀਏ, ਸਮੇਂ ਅਨੁਸਾਰ ਨਵੇਂ ਮਨੁੱਖੀ ਸੋਰਸਿਸ ਡਿਵੈਲਪ ਕਰੀਏ, ਔਰ ਦੁਨੀਆ ਦੇ ਉੱਤੇ ਪ੍ਰਭਾਵ ਜਾਵੇ ਕਿ ਸਿੱਖ ਰਾਜਨੀਤੀ ਪੰਜਾਬ ਦੇ ਜੋ ਬਣੀ ਹੋਈ ਹੈ, ਜਾਂ ਇਹਦੇ ਜੋ ਨਵਾਂ ਰੂਪ ਸਾਹਮਣੇ ਆਇਆ, ਉਹ ਕਿਵੇਂ ਜਿਹੜੇ ਬਾਹਰ ਬੈਠੇ ਸਿੱਖ ਨੇ ਔਰ ਬਾਹਰ ਬੈਠੇ ਜੋ ਉਸ ਦੀ ਸੱਤਾ ਦੀ 'ਚ ਭਾਗੀਦਾਰੀ ਕਰ ਸਕਦੇ ਨੇ, ਤਾਂ ਅਸੀਂ ਆਪਣੇ ਉਹਨਾਂ ਨੂੰ ਕੀ ਦਿਸ਼ਾ ਦੇ ਸਕਦੇ ਹਾਂ। ਇਹ ਮੈਂ ਸਮਝਦਾ ਕਿ ਸਾਡੇ ਸਾਹਮਣੇ ਬਹੁਤ ਵੱਡਾ ਮੁੱਦਾ ਹੈ ਕਿ ਸਿੱਖ ਰਾਜਨੀਤੀ ਨੂੰ ਆਪਣਾ ਰੀਡਿਫਾਈਨ ਕਰਕੇ ਸਿੱਖ ਮੁੱਦਿਆਂ ਦੇ ਆਧਾਰ 'ਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਆਧਾਰ 'ਤੇ ਕਿਹੋ ਜਿਹਾ ਰਾਜ ਅਤੇ ਕਿਹੋ ਜਿਹੀ ਵਿਵਸਥਾ ਅਤੇ ਕਿਹੋ ਜਿਹਾ ਮਾਡਲ ਬਣਦਾ ਹੈ। ਇਸ ਵਾਸਤੇ ਮੈਂ ਸਮਝਦਾ ਕਿ ਸਾਡੀ ਸਿੱਖ ਰਾਜਨੀਤੀ ਨੂੰ ਅੱਜ 100 ਸਾਲ ਬਾਅਦ ਆਪਣਾ ਆਤਮ ਚਿੰਤਨ ਕਰਕੇ ਇੱਕ ਨਵੀਂ ਦਿਸ਼ਾ ਵੱਲ ਵਧਣਾ ਚਾਹੀਦਾ ਹੈ, ਤਾਂ ਕਿ ਪੰਜਾਬ ਦੇ ਵਿੱਚ ਸ਼ਾਹ ਮੁਹੰਮਦ ਦਾ ਅੰਤ ਨੂੰ ਸੋਈ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ, ਪੰਥ ਦੀ ਜੈ ਜੈਕਾਰ, ਪੰਥ ਦੀ ਚੜ੍ਹਦੀ ਕਲਾ ਖਾਲਸਾ ਜੀ ਕੇ ਬੋਲ ਬਾਲੇ ਹੋ ਸਕਣ। ਇੰਨੇ ਕੁ ਮੈਂ ਸਮਝਦਾ ਕਿ ਸਾਡੇ ਪਾਸੇ ਸੋਚਣ ਦੀ ਬੜੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।